ਮੇਰੀ ਵਹੁਟੀ ਇੱਕ ਹੋਰ ਜੀ ਨੂੰ ਜਨਮ ਦਿੱਤਾ। ਸਾਡੇ 2 ਪੁੱਤਰ ਹੋ ਗਏ। ਮੇਰੀ ਵਹੁਟੀ ਬਹੁਤ ਖੁਸ਼ ਹੋਈ। ਉਹਦਾ ਹਾਸਾ ਐਵੇਂ ਡੁੱਲ ਡੁੱਲ ਪੈਂਦਾ ਸੀ। ਉਹਦੇ ਪੂਰੇ ਵਜੂਦ ਵਿੱਚੋਂ ਖੁਸ਼ੀ ਤੇ ਮਾਣ ਦੀਆਂ ਲਹਿਰਾਂ ਉੱਠਦੀਆਂ ਸਨ। ਥੋੜ੍ਹੇ ਦਿਨਾਂ ਮਗਰੋਂ ਉੱਠ ਕੇ ਘਰ ਦੇ ਭਾਰੇ ਕੰਮਕਾਜ ਵੀ ਕਰਨ ਲੱਗ ਪਈ ਸੀ। ਮੈਂ 1-2 ਵਾਰੀ ਆਖਿਆ ਕਿ ਭਲੀਏ ਲੋਕੇ ਕੁਝ ਦਿਨ ਹੋਰ ਆਰਾਮ ਕਰ ਲੈਂਦੀ ਉਹ ਤੇ ਚੰਗਾ ਸੀ, ਪਰ ਉਹਨੂੰ ਤਾਂ ਚਾਅ ਹੀ ਇੰਨਾ ਸੀ ਕਿ ਕਿਸੇ ਦੀ ਸੁਣਦੀ ਹੀ ਨਹੀਂ ਸੀ। ਨਾਲੇ ਉਹ ਵੇਖ ਰਹੀ ਸੀ ਕਿ ਜੇ ਉਹ ਘਰ ਦੇ ਕੰਮ ਨਾ ਕਰੇ ਤਾਂ ਹੋਰ ਕੌਣ ਸੀ ਕਰਨ ਵਾਲਾ। ਇਹ ਗੱਲ ਮੈਂ ਵੀ ਜਾਣਦਾ ਸਾਂ, ਪਰ ਫਿਰ ਵੀ ਮੇਰਾ ਦਿਲ ਕਰਦਾ ਸੀ ਕਿ ਇਹ ਕੁਝ ਦਿਨ ਹੋਰ ਆਰਾਮ ਕਰ ਲਵੇ। ਸਾਡੇ ਘਰਾਂ ਦਾ ਕੀ ਏ, ਪਹਿਲੇ ਹੀ ਵੀਰਾਨ ਹੁੰਦੇ ਨੇ। ਵੀਰਾਨੀ ਵਿੱਚ ਹੋਰ ਵੀਰਾਨੀ ਵੀ ਹੋ ਜਾਵੇ ਤਾਂ ਕੀ ਫਰਕ ਪੈਂਦਾ ਏ। ਪੁੱਤਰਾਂ ਦੀ ਹਫ਼ਤੇ ਖੁਸ਼ੀ ਮੈਨੂੰ ਵੀ ਹੋਈ ਸੀ, ਪਰ ਮੈਂ ਸੋਚਦਾ ਸੀ ਕਿ ਇਹ ਵੀ ਮਾਸੂਮ ਸਾਡੇ ਵਾਂਗ ਹੀ ਹਯਾਤੀ ਭੋਗਣਗੇ। ਖੌਰੇ ਕਦੇ ਜੀਵਨ ਹੰਢਾਵਣਗੇ ਵੀ ਕਿ ਨਾ। ਮੇਰੀ ਵਹੁਟੀ ਮੈਨੂੰ ਟੋਕ ਕੇ ਆਖਿਆ ਕਰਦੀ, ਇਹਨਾਂ ਦੇ ਲੇਖ ਇਹਨਾਂ ਨਾਲ ਤੇ ਸਾਡੇ ਲੇਖ ਸਾਡੇ ਨਾਲ। ਤੂੰ ਫਿਕਰ ਕਿਉਂ ਕਰਨਾ ਏ? ਜੋ ਤਕਦੀਰ ਵਿੱਚ ਹੋਇਆ ਉਹ ਹੀ ਮਿਲ ਸੀ। ਅੱਲਾ ਕਰੇ ਇਹਨਾਂ ਦੀ ਕਿਸਮਤ ਚੰਗੀ ਹੋਵੇ। ਹੋ ਸਕਦਾ ਏ ਜੋ ਤੂੰ ਆਖਦੀ ਹੈ ਠੀਕ ਹੋਵੇ, ਪਰ ਮੈਨੂੰ ਤੇ ਕੋਈ ਬਹੁਤੀ ਉਮੀਦ ਨਹੀਂ। ਦਿਲ ਛੋਟਾ ਨਹੀਂ ਕਰੀਦਾ। ਵਹੁਟੀ ਮੈਨੂੰ ਤਸੱਲੀ ਦੇ ਕੇ ਆਖਿਆ ਕਰਦੀ ਸੀ, ਹਰ ਜੰਮਣ ਵਾਲਾ ਆਪਣੇ ਲੇਖ ਨਾਲ ਲੈ ਕੇ ਆਉਂਦਾ ਏ। ਜਵਾਬ ਵਿੱਚ ਮੈਂ ਹੱਸ ਪੈਂਦਾ ਤੇ ਆਖਦਾ, ਤੇਰੀ ਗੱਲ ਤਾਂ ਬਿਲਕੁਲ ਠੀਕ ਏ। ਇਸੇ ਲਈ ਤੇ ਸਾਡੇ ਲੇਖ ਸਾਡੇ ਵੱਲ ਹੀ ਆਉਂਦੇ ਨੇ। ਮੇਰੇ ਇਸ ਤੰਜ਼ ਤੇ ਉਹ ਨਾਰਾਜ਼ ਹੋ ਜਾਇਆ ਕਰਦੀ ਸੀ ਤੇ ਮੈਂ ਮਨਾਵਣ ਵਿੱਚ ਬਹੁਤੀ ਦੇਰ ਨਹੀਂ ਸਾਂ ਕੀਤੀ ਕਰਦਾ। ਸਾਡੀ ਹਯਾਤੀ ਵਿੱਚ ਵਰ੍ਹਿਆਂ ਤੋਂ ਕੋਈ ਤਬਦੀਲੀ ਨਹੀਂ ਸੀ ਆ ਰਹੀ। ਨਸਲ ਦਰ ਨਸਲ ਇੰਝ ਦੇ ਇੰਝ ਮਿਹਨਤ ਮੁਸ਼ੱਕਤ ਤੇ ਭੁੱਖ ਨੰਗ ਜਰਨ ਦੇ ਆਦੀ, ਘਰ ਨਾ ਘਾਟ, ਉਜਾੜਾਂ ਵਿੱਚ ਰਹਿਣ ਦੇ ਮਾਹਰ, ਹਰ ਕਿਸੇ ਦੀ ਝੜਕ ਸਹਿ ਕੇ ਅੱਗੋਂ ਦੰਦ ਕੱਢਣ ਲਈ ਮਜਬੂਰ ਤੇ ਬੇਬਸ ਲੋਕ, ਜਿੰਦਾ ਰਹਿਣ ਦੀ ਰੀਝ ਲਈ ਮੁਰਦੇ ਲੋਕ। ਬਸ ਹੁਜਰੇ ਵਾਲਾ ਹੀ ਮੇਰੇ ਲਈ ਇਹਤਰਾਮ ਦੇ ਕਾਬਲ ਸੀ। ਉੱਥੇ ਹੀ ਮੈਨੂੰ ਕੁਝ ਸਕੂਨ ਮਿਲਦਾ ਸੀ। ਮੇਰੀ ਅੰਦਰਲੀ ਅੱਗ ਤੇ ਤਰੌਂਕਾ ਪੈਂਦਾ ਸੀ। ਭਾਂਬੜ ਭਾਵੇਂ ਬੁਝਦੇ ਨਹੀਂ ਸਨ, ਪਰ ਘਟ ਜ਼ਰੂਰ ਜਾਂਦੇ ਸਨ। ਹੁਜਰੇ ਵਿੱਚ ਆਵਣ ਜਾਵਣ ਵਾਲਿਆਂ ਨੂੰ ਮੈਂ ਕੁਝ ਪਛਾਣਨ ਤੇ ਜਾਣਨ ਲੱਗ ਪਿਆ ਸਾਂ। ਕਈ ਮੇਰੇ ਨਾਲ ਗੱਲਬਾਤ ਵੀ ਕਰ ਲੈਂਦੇ ਸਨ। ਗੱਲਬਾਤ ਕਰਨ ਲਈ ਪਹਿਲੇ ਮੈਨੂੰ ਝਾਕਾ ਆਇਆ ਕਰਦਾ ਸੀ, ਪਰ ਉਸਤਾਦ ਜੀ ਮਦਦ ਕਰਕੇ ਮੇਰੇ ਲਈ ਬੋਲਣਾ ਸੌਖਾ ਬਣਾ ਦਿੰਦੇ। ਅੱਜ ਗੱਲ ਹੋ ਰਹੀ ਸੀ, ਇਲਮ ਤੇ ਹੁਨਰ ਸਿੱਖਣ ਦੀ ਕੁੰਜੀ ਸਵਾਲ ਤੇ ਸ਼ੱਕ ਕਰਨਾ ਹੁੰਦਾ ਏ। ਉਸਤਾਦ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰਾ ਤਾਂ ਦਿਮਾਗ ਹੀ ਘੁੰਮ ਗਿਆ। ਦੂਜੇ ਲੋਕ ਗੱਲਾਂ ਪਏ ਕਰਦੇ ਸਨ, ਪਰ ਮੈਂ ਉੱਲੂ ਵਾਂਗ ਬਿਟਰ ਵੇਖੀ ਜਾਂਦਾ ਸਾਂ। ਮੈਂ ਸੋਚਦਾ, ਸਵਾਲ ਕਰਨਾ ਤੇ ਹੋਇਆ ਚਲੋ, ਜੋ ਗੱਲ ਬੰਦੇ ਨੂੰ ਮਾਲੂਮ ਨਾ ਹੋਵੇ ਉਹ ਪੁੱਛ ਲਵੇ, ਪਰ ਸ਼ੱਕ ਕਰਨਾ, ਤੌਬਾ ਤੌਬਾ, ਮੇਰੀ ਸਮਝ ਤੋਂ ਹੀ ਬਾਹਰ ਸੀ। ਸਗੋਂ ਮੈਂ ਤਾਂ ਵੱਡਿਆਂ ਕੋਲੋਂ ਕਈ ਵਾਰ ਸੁਣਿਆ ਹੋਇਆ ਸੀ ਕਿ ਜਿਹਨੇ ਸ਼ੱਕ ਕੀਤਾ ਸੋ ਗੁੰਮਰਾਹ ਹੋਇਆ। ਖੌਰੇ ਇਹ ਕੁਰਾਨ ਸ਼ਰੀਫ ਦੀ ਆਇਤ ਹੈ। ਇੱਥੇ ਉਲਟੀ ਗੱਲ ਸੀ ਕਿ ਇਲਮ ਤੇ ਹੁਨਰ ਦੀ ਕੁੰਜੀ ਸਵਾਲ ਤੇ ਸ਼ੱਕ ਕਰਨਾ ਏ। ਖੌਰੇ ਮੈਂ ਪਾਗਲ ਹਾਂ ਜਾਂ ਇਹ ਹੁਜਰੇ ਵਾਲਾ ਗੁੰਮਰਾਹ ਲੱਗਦਾ ਏ। ਪਰ ਨਹੀਂ, ਹੁਜਰੇ ਵਾਲਾ ਗੁੰਮਰਾਹ ਨਹੀਂ ਹੋ ਸਕਦਾ। ਪਹਿਲਾ ਸ਼ੱਕ ਮੇਰੇ ਮਨ ਵਿੱਚ ਆਇਆ, ਇਹ ਹੁਜਰੇ ਵਾਲਾ ਤਾਂ ਲੋਕਾਂ ਦੀ ਖਿਦਮਤ ਕਰਦਾ ਰਹਿੰਦਾ ਏ। ਪੱਲਿਓਂ ਪੈਸੇ ਖਰਚ ਕਰਕੇ ਹਾਂਡੀ ਆਪਣੇ ਹੱਥਾਂ ਨਾਲ ਪਕਾਵਦਾ ਏ, ਫਿਰ ਲੋਕਾਂ ਨੂੰ ਖਵਾ ਕੇ ਖੁਸ਼ ਹੁੰਦਾ ਏ। ਇਲਮ ਤੇ ਦਾਨਾਈ ਵੰਡਦਾ ਏ। ਇਹ ਗੁੰਮਰਾਹ ਕਿਵੇਂ ਹੋ ਸਕਦਾ ਏ? ਮੇਰੀ ਸਮਝ ਵਿੱਚ ਕੋਈ ਖਰਾਬੀ ਏ? ਮੈਨੂੰ ਉਸ ਵੇਲੇ ਹੁਜਰੇ ਵਾਲੇ ਦਾ ਹੀ ਇੱਕ ਸ਼ੇਅਰ ਯਾਦ ਆਇਆ, ਜਿਹੜਾ ਉਹਨਾਂ ਪਹਿਲਾਂ ਇੱਥੇ ਗੱਲ ਕਰਦਿਆਂ ਸੁਣਾਇਆ ਸੀ। ਜੇ ਚਾਹੁੰਨਾ ਏ ਤੈਨੂੰ ਜ਼ਰਬ ਨਾ ਕੋਈ ਲੱਗੇ, ਫਿਰ ਜਾਲਾਂ ਵਿੱਚ ਦਾਨਾਈ ਤਕਸੀਮ ਨਾ ਕਰ। ਜੇ ਸ਼ੱਕ ਕਰਨਾ ਦਾਨਾਈ ਏ ਤਾਂ ਫਿਰ ਮੈਂ ਜਾਹਲ ਹਾਂ। ਜੇ ਸ਼ੱਕ ਕਰਨਾ ਗੁੰਮਰਾਹੀ ਏ ਤਾਂ ਫਿਰ ਮੈਂ ਕੌਣ ਆ ਤੇ ਹੁਜਰੇ ਵਾਲਾ ਕੌਣ ਏ? ਮੇਰੇ ਅੰਦਰ ਇਹ ਸ਼ੱਕ ਜੜ ਫੜ ਗਿਆ। ਮੈਂ ਮੌਕਾ ਭਾਲਦਾ ਕਿ ਜਦ ਵੀ ਦਾ ਲੱਗਾ ਮੈਂ ਇਹਦੇ ਬਾਰੇ ਜ਼ਰੂਰ ਸਵਾਲ ਕਰ ਸਾਂ। ਪਤਾ ਨਹੀਂ ਉਸਤਾਦ ਜੀ ਕਿਉਂ ਮਹਿਫਲ ਬਰਖਾਸਤ ਹੋਵਣ ਮਗਰੋਂ ਘੰਟਾ ਅੱਧਾ ਘੰਟਾ ਜਾਂ ਝੱਟ ਪਲ ਮੈਨੂੰ ਬਹਿ ਰਹਿਣ ਲਈ ਆਖਦੇ ਸੀ। ਬਹੁਤ ਅਰਸੇ ਬਾਅਦ ਮਾਲੂਮ ਹੋਇਆ ਕਿ ਉਹਨਾਂ ਮੈਥੋਂ ਕੁਝ ਪੁੱਛਣ ਲਈ ਤੇ ਕੁਝ ਸਮਝਾਉਣ ਲਈ ਇਹ ਰਵੱਈਆ ਬਣਾਇਆ ਹੋਇਆ ਸੀ। ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਸਨ, ਮੈਂ ਹੀ ਕਦੀ ਆਉਂਦਾ ਸਾਂ। ਕਦੇ ਤਾਂ ਬੈਠਕ ਕਾਫੀ ਰਾਤ ਦੀਕਰ ਰਹਿੰਦੀ ਸੀ। ਬਹਿਸਾਂ ਹੁੰਦੀਆਂ ਰਹਿੰਦੀਆਂ ਸਨ, ਕਿਤਾਬਾਂ ਦੀਆਂ ਗੱਲਾਂ, ਅਦਬ ਤੇ ਸਿਆਸਤ ਦੇ ਨਾਲ ਸਮਾਜੀ ਰਸਮੋ ਰਿਵਾਜ ਦੀਆਂ, ਇਨਸਾਨੀ ਰਿਸ਼ਤੇ ਤੇ ਜਜ਼ਬਿਆਂ ਦੀਆਂ ਗੱਲਾਂ। ਲੋਕ ਸਵਾਲ ਕਰਦੇ ਸਨ ਤੇ ਹੁਜਰੇ ਵਾਲਾ ਬੜੀ ਤਫਸੀਲ ਤੇ ਸਿੱਧੇ ਸਾਦੇ ਲਫ਼ਜ਼ਾਂ ਨਾਲ ਹਰ ਗੱਲ ਨੂੰ ਵੇਰਵੇ ਨਾਲ ਸਮਝਾ ਦਿੰਦਾ ਸੀ।
ਲੋਕ ਖੁਸ਼ ਤੇ ਮੁਤਮੱਈਨ ਜਾਪਦੇ ਸਨ। ਹੁਜਰੇ ਵਾਲੇ ਨਾਲ ਸਵਾਲ ਕਰਨ ਦੀ ਮੇਰੀ ਹਿੰਮਤ ਨਾ ਹੁੰਦੀ, ਪਰ ਸਵਾਲ ਕਰਨ ਨੂੰ ਮੇਰਾ ਦਿਲ ਬਹੁਤ ਕਰਦਾ ਸੀ। ਇੱਕ ਵਾਰ ਸਵਾਲ ਕਰਨ ਦਾ ਮੌਕਾ ਮਿਲ ਗਿਆ। ਹੁਜਰੇ ਵਾਲਾ ਇਕੱਲਾ ਹੀ ਸੀ। ਗਰਮੀਆਂ ਦੇ ਦਿਨ ਸਨ। ਸਿਰ ਉੱਤੇ ਸੂਰਜ ਸੀ। ਮੈਂ ਆਇਆ ਤੇ ਸਲਾਮ ਕਰਕੇ ਬੈਠ ਗਿਆ। ਉਹਨਾਂ ਹੀ ਆਖਿਆ, ਕੋਈ ਤੂੰ ਵੀ ਬੋਲਿਆ ਕਰ, ਲੋਕ ਗੱਲਾਂ ਕਰਦੇ ਰਹਿੰਦੇ ਨੇ, ਤੂੰ ਚੁੱਪ ਕਰਕੇ ਬਹਿ ਰਹਿਣਾ ਏ। ਮੈਂ ਡਰਦਿਆਂ ਬੋਲਿਆ, ਕੁਝ ਪੁੱਛਣ ਲਈ ਜੀ ਤਾਂ ਬਹੁਤ ਕਰਦਾ ਏ, ਪਰ ਆਪਣੇ ਕੰਮ ਇਲਮੋਂ ਪਾਰੋਂ ਲਫ਼ਜ਼ ਨਹੀਂ ਮੂੰਹੋਂ ਨਿਕਲਦੇ। ਜੇ ਕੁਝ ਬੋਲੇਗਾ ਤਾਂ ਲਫ਼ਜ਼ ਵੀ ਮੂੰਹੋਂ ਨਿਕਲਣਗੇ। ਇੱਕ ਸਵਾਲ ਸੀ। ਮੈਂ ਝਜਕਦਿਆਂ ਹੋਇਆਂ ਆਖਿਆ, ਕੀ ਸਵਾਲ ਸੀ? ਇਹੀ ਤੁਸਾਂ ਹਾਂਡੀ ਬੜੇ ਸ਼ੌਕ ਤੇ ਮਿਹਨਤ ਨਾਲ ਪਕਾਉਂਦੇ ਹੋ, ਪੈਸੇ ਵੀ ਪੱਲਿਓਂ ਖਰਚ ਕਰਦੇ ਹੋ। ਕੋਇਲਿਆਂ ਦੇ ਧੂਏ ਨਾਲ ਇਹ ਤੰਗ ਹੁਜਰਾ ਭਰ ਜਾਂਦਾ ਏ। ਤੁਹਾਨੂੰ ਤਕਲੀਫ ਵੀ ਹੁੰਦੀ ਏ। ਮੈਂ ਵੇਖਿਆ ਏ ਉਸ ਵੇਲੇ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਹੁੰਦਾ ਏ, ਖੰਘ ਵੀ ਹੁੰਦੀ ਏ, ਮੁੜਕਾ ਵੀ ਚੋਂਦਾ ਰਹਿੰਦਾ ਏ। ਗਰਮੀ ਪਾਰੋਂ ਜਰਰੇ ਮਗਰੋਂ ਪਾਣੀ ਪੀਂਦੇ ਹੋ, ਪਰ ਅੱਗ ਸਾਹਮਣੇ ਬੈਠੇ ਹਾਂਡੀ ਪਕਾਈ ਜਾਂਦੇ ਹੋ। ਤਾਂ ਫੇਰ? ਉਹ ਮੁਸਕਰਾਏ। ਫਿਰ ਖਾਵਣ ਵੇਲੇ ਦੂਜਿਆਂ ਦੇ ਮੂੰਹ ਵਿੱਚ ਬੁਰਕੀਆਂ ਆਪਣੇ ਹੱਥਾਂ ਵਿੱਚ ਪਾਵਦੇ ਹੋ। ਕਦੀ ਤਾਂ ਤੁਸਾਂ ਆਪ ਭੁੱਖੇ ਰਹਿ ਜਾਂਦੇ ਹੋ। ਬਾਜ਼ਾਰੋਂ ਦਾਲ ਮੰਗਵਾ ਕੇ ਤੁਸਾਂ ਆਪਣੀ ਭੁੱਖ ਮਿਟਾਉਂਦੇ ਹੋ। ਇਹ ਗੱਲ ਮੇਰੀ ਸਮਝ ਵਿੱਚ ਨਹੀਂ ਪਈ ਆਉਂਦੀ ਕਿ ਇੰਜ ਕਿਉਂ ਹੁੰਦਾ ਏ। ਖੇਚਲ ਕਰਕੇ ਦੂਜਿਆਂ ਨੂੰ ਖਵਾ ਦੇਣਾ। ਸ਼ੱਕ ਕਰਨ ਵਾਲਾ ਸਵਾਲ ਹੀ ਨਹੀਂ ਸਾਂ ਪੁੱਛ ਰਿਹਾ, ਜਾਂ ਖੌਰੇ ਮੇਰੀ ਹਿੰਮਤ ਹੀ ਨਹੀਂ ਸੀ ਹੋ ਰਹੀ ਕਿ ਕੋਈ ਇਲਮੀ ਸਵਾਲ ਹੀ ਪੁੱਛ ਲਵਾਂ। ਬਸ ਰੋਟੀ ਬਾਰੇ ਮੈਂ ਬੋਲੀ ਜਾ ਰਿਹਾ ਸਾਂ। ਉਸਤਾਦ ਜੀ ਬੜੇ ਗੌਰ ਨਾਲ ਸੁਣ ਰਹੇ ਸਨ। ਮੈਂ ਆਖਿਆ, ਇੰਜ ਇਹ ਇੱਕ ਦੋ ਵਾਰ ਨਹੀਂ, ਕਈ ਵਾਰ ਹੋਇਆ ਏ। ਮੈਂ ਤੁਹਾਨੂੰ ਲੋਕਾਂ ਨੂੰ ਰਜਾ ਕੇ ਖਵਾਉਂਦਿਆਂ ਤੇ ਆਪ ਫਾਕੇ ਕਰਦਿਆਂ ਵੇਖਿਆ ਏ। ਇਹਦਾ ਕੀ ਕਾਰਨ ਏ? ਉਹਨਾਂ ਆਖਿਆ, ਸ਼ੇਖੂਪੁਰੀਆ, ਇਸ ਕਾਇਨਾਤ ਦੀ ਹਰ ਚੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਖਿਦਮਤ ਕਰਦੀ ਰਹਿੰਦੀ ਏ। ਇਨਸਾਨ ਨੂੰ ਵੀ ਚਾਹੀਦਾ ਏ ਕਿ ਇਸ ਫਿਤਰਤ ਦੀ ਮਦਦ ਕਰੇ, ਪਰ ਬਹੁਤ ਘੱਟ ਇਨਸਾਨ ਇੰਜ ਦਾ ਜਜ਼ਬਾ ਰੱਖਦੇ ਨੇ। ਮੈਂ ਆਪਣੇ ਇਸ ਅਮਲ ਨਾਲ ਕੁਰਬਾਨੀ ਦੇਣ ਦੀ ਜਾਚ ਪਿਆ ਸਿੱਖਣਾ ਵਾਂ, ਤਾਂ ਜੋ ਕੱਲ੍ਹ ਨੂੰ ਵੱਡੀ ਤੋਂ ਵੱਡੀ ਚੀਜ਼ ਦਾਨ ਕਰਨ ਵੇਲੇ ਮੈਨੂੰ ਕੋਈ ਅਫਸੋਸ ਨਾ ਹੋਵੇ। ਉਸਤਾਦ ਜੀ ਆਪਣੀ ਗੱਲ ਕਰਕੇ ਕੁਝ ਬੁਝੇ ਜਾਪਦੇ ਸਨ, ਉਦਾਸ ਹੋ ਗਏ ਸਨ। ਮੈਂ ਗੱਲ ਵਲਾਉਣ ਲਈ ਆਖਿਆ, ਉਸਤਾਦ ਜੀ, ਇੰਨਾ ਵਧੀਆ ਹਾਂਡੀ ਪਕਾਉਣ ਦਾ ਵੱਲ ਤੁਸਾਂ ਕਿੱਥੋਂ ਸਿੱਖਿਆ ਏ? ਮੇਰੇ ਸਵਾਲ ਦਾ ਉਹਨਾਂ ਕੋਈ ਜਵਾਬ ਨਾ ਦਿੱਤਾ। ਮੈਂ ਵੀ ਫੇਰ ਪੁੱਛਣ ਦੀ ਹਿੰਮਤ ਨਾ ਕੀਤੀ। ਉਸ ਦਿਨ ਮੈਂ ਉਹਨਾਂ ਨੂੰ ਉਦਾਸ ਛੱਡ ਕੇ ਹੀ ਆ ਗਿਆ। ਅਗਲੀ ਵਾਰ ਜਦ ਗਿਆ ਤਾਂ ਉਹਨਾਂ ਆਖਿਆ, ਹਾਂ ਬਈ ਸ਼ੇਖੂਪੁਰੀਆ, ਸਭ ਤਿਆਰੀਆਂ ਹੋ ਗਈਆਂ ਨੇ, ਬਹਿ ਜਾ, ਹੁਣੇ ਚੱਲਨੇ ਆ। ਮੈਨੂੰ ਕੁਝ ਸਮਝ ਨਾ ਆਈ, ਕਾਹਦੀਆਂ ਤਿਆਰੀਆਂ ਤੇ ਕਿੱਥੇ ਜਾਣਾ ਏ, ਪਰ ਮੈਂ ਚੁੱਪ ਕਰਕੇ ਬੈਠ ਗਿਆ। ਪਹਿਲੇ ਤੋਂ ਮੌਜੂਦ ਲੋਕ ਉੱਠ ਕੇ ਜਾਵਣ ਲੱਗ ਪਏ। ਉਸਤਾਦ ਜੀ ਕਹਿ ਰਹੇ ਸਨ, ਮੈਂ ਇਹਦੇ ਨਾਲ ਜਰਾ ਸ਼ੇਖੂਪੁਰੇ ਜਾਣਾ ਏ। ਜਦ ਸਾਰੇ ਲੋਕ ਚਲੇ ਗਏ ਤਾਂ ਉਹਨਾਂ ਦੱਸਿਆ, ਅੱਜ ਜਰਾ ਬਾਹਰ ਜਾਵਣ ਨੂੰ ਦਿਲ ਪਿਆ ਕਰਦਾ ਸੀ, ਕੋਈ ਬਹਾਨਾ ਤਾਂ ਕਰਨਾ ਸੀ, ਮੁਆਫ ਕਰੀ ਯਾਰ। ਮੈਂ ਕੁਝ ਨਾ ਬੋਲਿਆ। ਉਹਨਾਂ ਦੇ ਉੱਠਣ ਬੈਠਣ ਤੋਂ ਜਾਪਦਾ ਸੀ ਕਿ ਅਜੇ ਤੀਕਰ ਉਦਾਸ ਨੇ। ਉਦਾਸੀ ਦਾ ਕੀ ਕਾਰਨ ਸੀ ਮਾਲੂਮ ਨਹੀਂ ਮੈਨੂੰ। ਹੁਜਰੇ ਨੂੰ ਜੰਦਰਾ ਮਾਰ ਕੇ ਅਸਾਂ ਮੰਟੋ ਪਾਰਕ ਵੱਲ ਆਏ। ਕੁਝ ਦੇਰ ਪਾਰਕ ਵਿੱਚ ਫਿਰਦੇ ਰਹੇ, ਫਿਰ ਇੱਕ ਪਾਸੇ ਘਾਹ ਉੱਤੇ ਬੈਠ ਗਏ। ਕੁਝ ਗੰਡੇਰੀਆਂ ਲਈਆਂ ਤੇ ਚੂਪਣ ਲੱਗ ਪਏ। ਉਹਨਾਂ ਆਖਿਆ, ਸ਼ੇਖੂਪੁਰੀਆ, ਤੂੰ ਚੰਗੀ ਹਾਂਡੀ ਪਕਾਵਣ ਦਾ ਸਵਾਲ ਪੁੱਛਿਆ ਸੀ। ਜੀ, ਤੁਸਾਂ ਮੇਰੇ ਸਵਾਲ ਉੱਤੇ ਖੌਰੇ। ਮੈਂ ਫੇਰ ਹੌਸਲਾ ਨਹੀਂ ਸਾਂ ਕਰ ਰਿਹਾ। ਨਹੀਂ, ਉਹ ਤੇਰੇ ਸਵਾਲ ਦੀ ਵਜ੍ਹਾ ਨਹੀਂ ਸੀ। ਉਹਨਾਂ ਆਖਿਆ, ਮੈਨੂੰ ਕੁਝ ਹੋਰ ਯਾਦ ਆ ਗਿਆ ਸੀ। ਚੰਗੀ ਹਾਂਡੀ ਪਕਾਵਣ ਦੀ ਜਾਚ ਤਾਂ ਮੈਂ ਆਪਣੀ ਮਾਂ ਕੋਲੋਂ ਸਿੱਖੀ ਏ। ਹੁਣ ਤੂੰ ਆਖੇਂਗਾ ਮਾਂ ਕਿੱਥੋਂ ਵੱਲ ਸਿੱਖਿਆ ਸੀ? ਗਰੀਬ ਦੇ ਘਰ ਤਾਂ ਕਦੇ ਪੂਰਾ ਆਟਾ ਨਹੀਂ ਹੁੰਦਾ, ਚੰਗੀ ਹਾਂਡੀ ਕਿੱਥੋਂ ਆਈ? ਸ਼ੇਖੂਪੁਰੀਆ, ਅਸੀਂ ਦਰਜੀ ਹੁੰਨੇ ਆ ਤੇ ਮੇਰੀ ਮਾਂ ਧੋਬਣ ਸੀ। ਮੇਰਾ ਪਿਓ ਸਿੱਧਾ ਸਾਦਾ ਤੇ ਸਾਊ ਢੱਗੇ ਵਾਂਗਰ ਹੁੰਦਾ ਸੀ, ਬਿਲਕੁਲ ਸਿਰ ਨਾ ਚੁੱਕਣ ਵਾਲਾ। ਮੇਰਾ ਦਾਦਾ ਚਲਾਕ ਤੇ ਜ਼ਾਲਮ ਸੀ। ਜਿਵੇਂ ਹਰ ਬਰਾਦਰੀ ਵਿੱਚ ਇੱਕ ਚੌਧਰੀ ਹੁੰਦਾ ਏ, ਇੰਜ ਹੀ ਮੇਰਾ ਦਾਦਾ ਆਪਣੀ ਬਰਾਦਰੀ ਵਿੱਚ ਚੌਧਰੀ ਕਿਸਮ ਦਾ ਬੰਦਾ ਸੀ। ਪੈਸੇ ਵਾਲਾ ਬੰਦਾ ਸੀ, ਖੋਹ ਮਾਰ ਵੀ ਕਰ ਲਿਆ ਕਰਦਾ ਸੀ, ਸੱਜੇ ਖੱਬੇ ਦਾ ਦੱਪਾ ਵੀ ਲਾ ਲਿਆ ਕਰਦਾ ਸੀ। ਦਾਦਾ ਜ਼ਾਲਮ ਤੇ ਬੇਦਾਤਾ, ਪਿਓ ਸਿੱਧਾ ਸਾਦਾ ਸਾਊ। ਇਸੇ ਕਰਕੇ ਮੇਰੇ ਪਿਓ ਨੂੰ ਬਰਾਦਰੀ ਵਿੱਚੋਂ ਕੋਈ ਰਿਸ਼ਤਾ ਦੇਵਣ ਨੂੰ ਤਿਆਰ ਨਾ ਹੋਇਆ। ਮੇਰੀ ਮਾਂ ਗਰੀਬ ਤੇ ਸ਼ਰੀਫ ਧੋਬੀ ਦੀ ਧੀ ਸੀ, ਬਹੁਤ ਹੀ ਗਰੀਬ ਸੀ ਮੇਰਾ ਨਾਨਕਾ ਝੁੱਗਾ। ਮੇਰੇ ਦਾਦੇ ਉਸ ਗਰੀਬ ਧੋਬੀ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਮੇਰੀ ਮਾਂ ਨੂੰ ਮੇਰੇ ਪਿਓ ਨਾਲ ਵਿਆਹ ਦਿੱਤਾ। ਭਾਵੇਂ ਪੈਸੇ ਦਾ ਸੌਦਾ ਸੀ, ਪਰ ਮੇਰੀ ਮਾਂ ਨੇ ਧੀਆਂ ਵਾਂਗਰ ਕਬੂਲ ਕਰ ਲਿਆ।
ਤੇ ਮੇਰੇ ਪਿਓ ਨੂੰ ਆਪਣਾ ਮਜਾਜੀ ਖੁਦਾ ਮਿੱਥ ਕੇ ਸੇਵਾ ਕਰਦੀ ਰਹੀ। ਪਿਓ ਰੇਲਵੇ ਵਿੱਚ ਦਰਜੀਆਂ ਦਾ ਕੰਮ ਕਰਦਾ ਸੀ, ਖੌਰੇ ਠੇਕੇ ਉੱਤੇ ਕੰਮ ਲਿਆ ਹੋਇਆ ਸੀ। ਮੇਰੀ ਮਾਂ ਗੋਰੀ ਚਿੱਟੀ, ਖੂਬਸੂਰਤ ਤੇ ਸਿਹਤਮੰਦ ਸੀ। ਮੇਰਾ ਦਾਦਾ ਜਿਹੜਾ ਪੈਸਿਆਂ ਦੇ ਜ਼ੋਰ ਨਾਲ ਮੇਰੀ ਮਾਂ ਨੂੰ ਵਿਆਹ ਕੇ ਲਿਆਇਆ ਸੀ, ਸ਼ੁਰੂ ਤੋਂ ਹੀ ਮੇਰੀ ਮਾਂ ਨੂੰ ਮੈਲੀ ਨਜ਼ਰੇ ਵੇਖਣ ਲੱਗ ਪਿਆ। ਮੇਰੀ ਦਾਦੀ ਪਤਾ ਨਹੀਂ ਕਦੋਂ ਮਰ ਗਈ ਹੋਈ ਸੀ। ਮੇਰਾ ਪਿਓ ਭਾਵੇਂ ਭਲਾ ਮਾਨਸ ਤੇ ਆਪਣੇ ਪਿਓ ਕੋਲੋਂ ਡਰਨ ਵਾਲਾ ਬੰਦਾ ਸੀ, ਪਰ ਮੇਰੀ ਮਾਂ ਅਣਖੀ ਤੇ ਬਹਾਦਰ ਔਰਤ ਸੀ। ਉਸ ਮੇਰੇ ਦਾਦੇ ਦੀ ਕੋਈ ਗੱਲ ਨਾ ਸੁਣੀ। ਇਸੇ ਵਜ੍ਹਾ ਤੋਂ ਖਿਝ ਕੇ ਦਾਦਾ ਮੇਰੇ ਪਿਓ ਨੂੰ ਬਹਾਨੇ ਨਾਲ ਵੇਲੇ ਕੁਵੇਲੇ ਮਾਰਦਾ ਤੇ ਬੇਇੱਜ਼ਤ ਕਰਦਾ ਰਹਿੰਦਾ ਸੀ। ਬਾਅਦ ਵਿੱਚ ਮੇਰੇ ਨਾਲ ਵੀ ਦਾਦੇ ਦਾ ਇਹ ਨਫ਼ਰਤ ਵਾਲਾ ਸਲੂਕ ਰਿਹਾ। ਉਹ ਮੈਨੂੰ ਬੇਰਹਿਮੀ ਤੇ ਨਫ਼ਰਤ ਨਾਲ ਕੁੱਟਦਾ ਹੁੰਦਾ ਸੀ। ਇੱਕ ਵਾਰੀ ਸ਼ੇਖੂਪੁਰੀਆ ਮੇਰੀ ਫੂਫੀ ਆਈ ਹੋਈ ਸੀ। ਉਹਦੇ ਨਾਲ ਉਹਦਾ ਪੁੱਤਰ ਵੀ ਆਇਆ। ਉਦੋਂ ਮੈਂ ਚੌਥੀ ਜਮਾਤ ਵਿੱਚ ਸਾਂ ਤੇ ਉਸ ਫੂਫੀ ਦਾ ਪੁੱਤਰ 7ਵੀਂ ਜਮਾਤ ਵਿੱਚ ਪੜ੍ਹਾਕੂ। ਉਹਦੇ ਕੋਲ ਕੋਈ ਕਿਤਾਬ ਸੀ। ਬੈਠਿਆਂ ਬੈਠਿਆਂ ਉਹਦੇ ਕੋਲੋਂ ਕਿਤਾਬ ਲੈ ਕੇ ਮੈਂ ਵੇਖਣ ਲੱਗ ਪਿਆ। ਬਾਹਰੋਂ ਦਾਦਾ ਆਇਆ। ਉਸ ਚੰਡ ਮਾਰ ਕੇ ਮੇਰੇ ਹੱਥੋਂ ਕਿਤਾਬ ਖੋਹ ਲਈ ਤੇ ਆਖਿਆ, ਤੇਰੇ ਜਿਹੇ ਗਸ਼ਤੀ ਦੇ ਪੁੱਤਰ ਨੂੰ ਇਲਮ ਦੀ ਕੀ ਲੋੜ ਏ? ਐਵੇਂ ਕਿਤਾਬ ਨੂੰ ਹੱਥ ਨਾ ਲਾਇਆ ਕਰ। ਇੱਕ ਚੰਡ ਦਾਦੇ ਹੋਰ ਮਾਰ ਦਿੱਤੀ। ਆਪਣੀ ਗੱਲ ਕਰਕੇ ਉਸਤਾਦ ਜੀ ਰੋਣ ਲੱਗ ਪਏ ਸਨ। ਉਹਨਾਂ ਦੀਆਂ ਅੱਖਾਂ ਵਿੱਚੋਂ ਖੂਹ ਦੀਆਂ ਟਿੰਡਾਂ ਵਾਂਗਰ ਅੱਥਰੂ ਵਗ ਰਹੇ ਸਨ। ਕੁਝ ਦੇਰ ਇੰਝ ਹੀ ਸੋਗ ਭਰਿਆ ਵੇਲਾ ਰਿਹਾ। ਮੈਂ ਹੈਰਾਨੀ ਨਾਲ ਵੇਖ ਰਿਹਾ ਸਾਂ। ਇੰਨਾ ਨੰਗਾ ਸੱਚ ਮੇਰੀ ਤਾਂ ਸੋਚ ਤੋਂ ਵੀ ਅੱਗੇ ਸੀ। ਫੇਰ ਬੋਲੇ, ਹੁਜਰੇ ਵਿੱਚ ਜਿੰਨੀਆਂ ਕਿਤਾਬਾਂ ਨੇ ਉਹ ਸਾਰੀਆਂ ਪੜ੍ਹ ਕੇ ਵੀ ਮੈਨੂੰ ਇਲਮ ਵਾਲੀ ਉਹ ਗੱਲ ਨਾ ਭੁੱਲੀ। ਦਾਦਾ ਮੇਰੇ ਪਿਓ ਕੋਲੋਂ ਦਾਬੇ ਨਾਲ ਸਾਰੀ ਦੀ ਸਾਰੀ ਮਜ਼ਦੂਰੀ ਦੀ ਰਕਮ ਖੋਹ ਲੈਂਦਾ ਸੀ। ਸਾਡੇ ਉੱਤੇ ਫਾਕੇ ਦੇ ਦਿਨ ਵੀ ਆਏ। ਦਾਦਾ ਦਿਨੋਂ ਦਿਨ ਹੋਰ ਕਮੀਨਾ ਤੇ ਕੌੜਾ ਹੁੰਦਾ ਜਾ ਰਿਹਾ ਸੀ। ਦਾਦੇ ਦੀ ਕਮੀਨਗੀ ਤੋਂ ਤੰਗ ਆ ਕੇ ਸਾਨੂੰ ਸਾਡੀ ਮਾਂ ਆਪਣੀ ਭੈਣ ਕੋਲ ਬਾਗਬਾਨਪੁਰੇ ਲੈ ਆਈ। ਪਿਓ ਨੂੰ ਰੇਲਵੇ ਦੇ ਮਹਿਕਮੇ ਵਿੱਚੋਂ ਜਵਾਬ ਮਿਲ ਗਿਆ। ਮੇਰੀ ਮਾਂ ਇੱਥੇ ਬਾਗਬਾਨਪੁਰੇ ਵਿੱਚ ਇੱਕ ਚੌਧਰੀ ਦੇ ਘਰ ਨੌਕਰਾਣੀ ਲੱਗ ਗਈ। ਚੌਧਰੀਆਂ ਦੇ ਘਰ ਭਾਂਡੇ ਮਾਂਜਦੀ, ਕੱਪੜੇ ਧੋਂਦੀ ਤੇ ਹਾਂਡੀ ਰੋਟੀ ਵੀ ਕਰਦੀ। ਮੈਂ ਵੀ ਮਾਂ ਦੇ ਨਾਲ ਹੱਥ ਵਟਾਉਂਦਾ ਸਾਂ। ਚੌਧਰੀ ਚੰਗਾ ਖਾਂਦੇ ਸਨ, ਚੰਗਾ ਪੱਕਦਾ ਸੀ। ਚੰਗੀ ਹਾਂਡੀ ਪਕਾਵਣੀ ਮੇਰੀ ਮਾਂ ਉੱਥੋਂ ਸਿੱਖੀ ਸੀ ਤੇ ਮੈਂ ਮਾਂ ਕੋਲੋਂ ਸਿੱਖ ਲਿਆ ਸੀ। ਉਸ ਦਿਨ ਉਸਤਾਦ ਜੀ ਸਭ ਕੁਝ ਦੱਸੀ ਜਾਂਦੇ ਸਨ ਤੇ ਰੋ ਵੀ ਰਹੇ ਸਨ। ਪਾਰਕ ਵਿੱਚ ਲੋਕ ਖੁਸ਼ ਫਿਰ ਰਹੇ ਸਨ। ਬਾਲ ਖੇਡਦੇ ਚੰਗੇ ਲੱਗਦੇ ਸਨ। ਕੁੜੀਆਂ ਮੁੰਡੇ ਆਉਂਦੇ ਜਾਂਦੇ ਕੋਲੋਂ ਲੰਘਦਿਆਂ ਹੋਇਆਂ ਇੱਕ ਦੂਜੇ ਨੂੰ ਕਾਣੀ ਅੱਖ ਕਰਕੇ ਵੇਖਦੇ ਹੋਏ ਬਹੁਤ ਭਲੇ ਤੇ ਮਾਸੂਮ ਜਾਪਦੇ ਸਨ। ਕੋਈ ਟੋਲੀਆਂ ਇੱਕ ਦੂਜੇ ਦੇ ਫੋਟੋ ਬਣਾਉਣ ਵਿੱਚ ਬੜੇ ਮਗਨ ਤੇ ਕਹਿ ਕਹੇ ਲਾਉਂਦੇ ਸਨ। ਉਸਤਾਦ ਜੀ ਬੋਲ ਰਹੇ ਸਨ, ਸ਼ੇਖੂਪੁਰੀਆ, ਬੜੇ ਬੁਰੇ ਦਿਨ ਸਨ ਉਹ। ਘਰ ਵਿੱਚ ਫਾਕੇ ਤੇ ਪਿਓ ਸ਼ਰਾਬ ਪੀਣ ਲੱਗ ਪਿਆ ਸੀ। ਪਿਓ ਤਾਂ ਮੈਨੂੰ ਵੀ ਘੁੱਟ ਲਵਾਉਂਦਾ ਤੇ ਆਖਦਾ, ਫੜ ਪੀ ਘੁੱਟ ਤੇ ਸ਼ੇਰ ਹੋ ਜਾ। ਚੌਧਰੀਆਂ ਦੇ ਘਰੋਂ ਮਾਂ ਜੂਠ ਇਕੱਠਾ ਕਰਕੇ ਲੈ ਆਉਂਦੀ ਸੀ। ਕਦੇ ਕਦੇ ਰੋਟੀ ਵੀ ਚੋਰੀ ਕਰ ਲਿਆ ਕਰਦੀ ਸੀ। ਕੁਝ ਮਾਸੀ ਵੀ ਮਦਦ ਕਰ ਦਿੰਦੀ ਸੀ। ਮੇਰੀ ਮਾਂ ਦੇ ਜ਼ੋਰ ਦੇਵਣ ਉੱਤੇ ਪਿਓ ਇੱਕ ਦੁਕਾਨ 'ਤੇ ਬਹਿ ਕੇ ਦਰਜੀਆਂ ਵਾਲਾ ਕੰਮ ਕਰਨ ਲੱਗ ਪਿਆ ਸੀ। ਜਦ ਕੰਮ ਜ਼ਿਆਦਾ ਆਉਂਦਾ ਤਾਂ ਮੈਨੂੰ ਵੀ ਆਪਣੇ ਨਾਲ ਹੀ ਕੰਮ 'ਤੇ ਲਾ ਲੈਂਦਾ ਸੀ। ਛੁੱਟੀ ਕਾਰਨ ਮੈਥੋਂ ਸਕੂਲ ਛੁੱਟ ਗਿਆ। ਜਦ ਕੰਮ ਦਾ ਜ਼ੋਰ ਮੁੱਕ ਜਾਂਦਾ ਜਾਂ ਕੰਮ ਨਾ ਹੁੰਦਾ ਤਾਂ ਮੈਨੂੰ ਫੇਰ ਅਗਲੇ ਸਕੂਲ ਦਾਖਲ ਕਰਾ ਦਿੱਤਾ ਜਾਂਦਾ। ਇੰਝ ਹੀ ਮੈਟ੍ਰਿਕ ਤੀਕਰ ਹੁੰਦਾ ਰਿਹਾ। ਘੱਟੋ ਘੱਟ 8 ਕੁ ਸਕੂਲ ਬਦਲੇ ਹੋ ਸਨ ਮੈਂ। ਮੇਰੇ ਇੱਕ ਸਕੂਲ ਦਾ ਮਾਸਟਰ ਬੜਾ ਹੀ ਖਬੀਸ ਸੀ। ਉਹ ਮਾਸਟਰ ਹੁੱਕੇ ਦਾ ਪਿਆਗ ਸੀ। ਇੱਕ ਵਾਰ ਮੈਂ ਪਿਓ ਦੇ ਨਾਲ ਕੰਮ ਉੱਤੇ ਬਹਿ ਗਿਆ, ਸਕੂਲ ਨਾ ਗਿਆ ਤਾਂ ਉਹ ਮਾਸਟਰ 5-4 ਸਕੂਲੀਏ ਮੁੰਡੇ ਨਾਲ ਲੈ ਕੇ ਦੁਕਾਨ ਉੱਤੇ ਆ ਗਿਆ। ਇੱਕ ਹੱਥ ਵਿੱਚ ਹੁੱਕਾ ਤੇ ਦੂਜੇ ਹੱਥ ਵਿੱਚ ਮਾਸਟਰ ਦੇ ਸੋਟਾ ਸੀ। ਪਿਓ ਕਿਸੇ ਕੰਮ ਲਈ ਦੁਕਾਨ ਤੋਂ ਬਾਹਰ ਗਿਆ ਹੋਇਆ ਸੀ। ਮਾਸਟਰ ਮੁੰਡਿਆਂ ਨੂੰ ਇਸ਼ਾਰਾ ਕੀਤਾ ਤੇ ਮੁੰਡਿਆਂ ਮੈਨੂੰ ਚੁੱਕ ਲਿਆ। ਕਿਸੇ ਲੱਤਾਂ ਤੋਂ ਫੜਿਆ, ਕਿਸੇ ਬਾਹਾਂ ਤੋਂ। ਮਾਸਟਰ ਸੋਟੇ ਨਾਲ ਮਾਰ ਕੇ ਮੈਨੂੰ ਸਕੂਲ ਲੈ ਗਿਆ। ਉੱਥੇ ਲੈ ਜਾ ਕੇ ਫੇਰ ਕੁੱਟਿਆ। ਉਦੋਂ ਸਾਰੇ ਸਕੂਲਾਂ ਵਿੱਚ ਇੰਝ ਹੀ ਤਸ਼ੱਦਦ ਹੋਇਆ ਕਰਦਾ ਸੀ ਬਾਲਾਂ ਉੱਤੇ। ਸ਼ੇਖੂਪੁਰੀਆ, ਸਾਡੀ ਸਾਰੀ ਹਯਾਤੀ ਵਿੱਚ ਤਸ਼ੱਦਦ ਹੀ ਤਸ਼ੱਦਦ ਏ। ਬਾਲਪੁਣੇ ਤੋਂ ਲੈ ਕੇ ਮਰਨ ਤੀਕਰ ਕੋਟੀ ਪੈਂਦੀ ਰਹਿੰਦੀ ਏ। ਜ਼ਿਹਨੀ ਤਸ਼ੱਦਦ ਵੱਖ ਹੁੰਦਾ ਰਹਿੰਦਾ ਏ, ਸਾਡੇ ਗਲੀਆਂ ਮੁਹੱਲਿਆਂ ਵਿੱਚ ਵੀ। ਫਿਰ ਵੱਡੇ ਹੋ ਕੇ ਇਹ ਤਸ਼ੱਦਦ ਅਸੀਂ ਅੱਗੇ ਵੰਡ ਦਿੰਦੇ ਹਾਂ। ਪੂਰੀ ਕੌਮ ਦਾ ਇਹੀ ਖਿਆਲ ਏ। ਅਸੀਂ ਤਸ਼ੱਦਦ ਪਸੰਦਾਂ ਤੇ ਤਸ਼ੱਦਦ ਵੰਡਦੇ ਰਹਿੰਦੇ ਹਾਂ। ਕੁਝ ਬਾਲ ਸਾਡੇ ਸਾਹਮਣੇ ਆ ਕੇ ਕ੍ਰਿਕਟ ਖੇਡਣ ਲੱਗ ਪਏ। ਗੇਂਦ ਵੱਜਣ ਦੇ ਡਰ ਤੋਂ ਅਸੀਂ ਉੱਥੋਂ ਉੱਠ ਕੇ ਹੁਜਰੇ ਵੱਲ ਟੁਰ ਪਏ। ਰਾਹ ਵਿੱਚ ਉਸਤਾਦ ਜੀ ਬੋਲੇ, ਇਹ ਵੇਖ ਲਿਆ ਸਾਡੀ ਤਰਬੀਅਤ ਦਾ ਹਾਲ ਸ਼ੇਖੂਪੁਰੀਆ।
ਪਾਰਕਾਂ ਲੋਕਾਂ ਦੇ ਸੈਲ ਸਪਾਟੇ ਵਾਸਤੇ ਹੁੰਦੀਆਂ ਨੇ ਤੇ ਮੁੰਡਿਆਂ ਆ ਕੇ ਕ੍ਰਿਕਟ ਦਾ ਮੈਦਾਨ ਬਣਾ ਲਿਆ ਏ। ਜੇ ਰੋਕੋ ਤਾਂ ਅੱਗੋਂ ਝਗੜਾ ਕਰਨਗੇ। ਅੱਗੇ ਹੋਰ ਸਾਡਾ ਰਵੱਈਆ ਵੇਖ, ਪੂਰੇ ਪਾਰਕ ਵਿੱਚ ਨੇੜੇ ਤੋਂ ਨੇੜੇ ਨਾ ਪਾਣੀ ਪੀਣ ਨੂੰ ਲੱਭਦਾ ਏ ਤੇ ਨਾ ਹੀ ਕੋਈ ਸਾਇਆ ਤੇ ਛੱਤ ਏ। ਹੋਰ ਤਾਂ ਹੋਰ ਕੋਈ ਲੈਟਰੀਨ ਵੀ ਨਹੀਂ ਇੱਥੇ ਨੇੜੇ, ਜੇ ਹੈ ਵੀ ਤਾਂ ਬਹੁਤ ਦੂਰ, ਉਹ ਵੀ ਲੋੜ ਤੋਂ ਬਹੁਤ ਛੋਟੀ। ਫਿਰ ਉੱਥੋਂ ਜੁਰਮਾਨਾ ਲੈਣ ਵਾਲੇ ਖਿਲਾਰੇ ਹੁੰਦੇ ਨੇ। ਤਰੱਕੀ ਕਰਨ ਵਾਲੀਆਂ ਕੌਮਾਂ ਦੇ ਇਹ ਰੰਗ ਢੰਗ ਨਹੀਂ ਹੁੰਦੇ। ਹੁਜਰੇ ਦਾ ਬੂਹਾ ਖੋਲ੍ਹ ਕੇ ਅਸੀਂ ਅੰਦਰ ਬਹਿ ਗਏ। ਮੈਨੂੰ ਚਾਹ ਦਾ ਹੁਕਮ ਹੋਇਆ। ਮੈਂ ਜਾਵਣ ਲੱਗਾ ਤਾਂ ਸਾਈਂ ਆ ਗਿਆ। ਉਸਤਾਦ ਜੀ ਆਖਿਆ, 3 ਗਲਾਸ ਚਾਹ ਦੇ ਲੈ ਆ। ਮੈਂ ਜਾ ਕੇ ਚਾਹ ਲੈ ਆਇਆ। ਚਾਹ ਪੀਂਦਿਆਂ ਹੋਇਆਂ ਉਸਤਾਦ ਜੀ ਫੇਰ ਆਖਿਆ, ਅਖਤਰ ਨੂੰ ਵੇਖ ਲੈ, 4ਥੀ ਜਮਾਤ ਤੋਂ ਮੇਰੇ ਕੋਲ ਏ। ਉਦੋਂ ਮੈਂ ਸ਼ਾਹੀ ਮਸੀਤ ਦੀਆਂ ਪਹਾੜ ਵਾਲੇ ਪਾਸੇ ਦੀਆਂ ਪੌੜੀਆਂ ਵਿੱਚ ਰਹਿੰਦਾ ਸਾਂ। ਅਖਤਰ ਦਾ ਪਿਓ ਅਬਦੁੱਲਾ ਮੇਰਾ ਬੇਲੀ ਸੀ। ਇਹਨੂੰ ਉਂਗਲੀ ਲਾ ਕੇ ਲਿਆਇਆ ਤੇ ਮੇਰੇ ਕੋਲ ਛੱਡ ਗਿਆ। ਉੱਥੇ ਮੈਂ ਹੀ ਇਹਨੂੰ ਪੜ੍ਹਾਉਂਦਾ ਸਾਂ ਤੇ ਤਖਤੀ ਲਿਖਣੀ ਸਿਖਾਈ। ਇਹ ਵੀ ਪੈਰੋਂ ਨੰਗਾ ਹੁੰਦਾ ਸੀ ਤੇ ਮੇਰਾ ਹਾਲ ਵੀ ਭੈੜਾ ਸੀ। ਉਸਤਾਦ ਜੀ ਝਟਕ ਚੁੱਪ ਕਰ ਗਏ। ਚਾਹ ਦੇ ਘੁੱਟ ਭਰਦੇ ਹੋਏ ਕਿਤਾਬਾਂ ਵਿੱਚ ਝਾਤੀ ਪਾ ਰਹੇ ਸਨ। ਸਾਈਂ ਅਖਤਰ ਆਖਿਆ, ਉੱਥੇ ਉਸਤਾਦ ਜੀ ਮਿੱਟੀ ਦਾ ਇੱਕ ਲੋਟਾ ਆਪਣੇ ਕੋਲ ਰੱਖਦੇ ਸਨ। ਲੋਟੇ ਵਿੱਚ ਸ਼ਰਾਬ ਹੁੰਦੀ ਸੀ। ਉੱਥੇ ਅਲਾਉਦੀਨ ਆਇਆ ਕਰਦਾ ਸੀ। ਇੱਥੋਂ ਹੀ ਸ਼ਰਾਬ ਦਾ ਘੁੱਟ ਲਾਇਆ ਕਰਦਾ ਸੀ ਅਲਾਉਦੀਨ। ਸੁਣਾ ਅਖਤਰ, ਅੱਜ ਕੱਲ੍ਹ ਟਰੇਡ ਯੂਨੀਅਨ ਦਾ ਕੀ ਹਾਲ ਏ? ਉਸਤਾਦ ਜੀ ਦੇ ਇਸ ਸਵਾਲ ਨਾਲ ਪਹਿਲਾਂ ਵਾਲਾ ਸਾਰਾ ਮਾਹੌਲ ਹੀ ਬਦਲ ਗਿਆ। ਸਾਈਂ ਅਖਤਰ ਮਜ਼ਦੂਰਾਂ ਤੇ ਸਿਆਸਤ ਬਾਰੇ ਇੰਝ ਰਵਾਨੀ ਨਾਲ ਗੱਲਾਂ ਕਰਨ ਲੱਗ ਪਿਆ ਜਿਵੇਂ ਉਹ ਸਭ ਕੁਝ ਜਾਣਦਾ ਹੋਵੇ, ਸਗੋਂ ਟਰੇਡ ਯੂਨੀਅਨਿਸਟ ਹੋਵੇ। ਹੁਣ ਤੀਕ ਕੀ ਹੋਇਆ ਏ, ਕੀ ਹੋਣ ਵਾਲਾ ਏ? ਉਸਤਾਦ ਜੀ ਬੜੇ ਧਿਆਨ ਨਾਲ ਸੁਣਦੇ ਪਏ ਸਨ। ਸਾਈਂ ਅਖਤਰ ਦੀਆਂ ਗੱਲਾਂ ਨਾਲ ਉਸਤਾਦ ਜੀ ਦੀ ਤਬੀਅਤ ਕੁਝ ਹੌਲੀ ਹੋ ਰਹੀ ਸੀ। ਉਹ ਹੱਸਣ ਲੱਗ ਪਏ ਸਨ। ਇਲਮੀ ਅਦਬੀ ਗੁਫ਼ਤਗੂ ਵੀ ਵਿੱਚ ਹੀ ਆ ਗਈ। ਕਦੇ ਕਦੇ ਦੋਵੇਂ ਗੱਲਾਂ ਕਰਦੇ ਕਰਦੇ ਆਪਣੇ ਆਪ ਉੱਤੇ ਵੀ ਤੰਜ਼ ਕਰਕੇ ਖੂਬ ਹੱਸਦੇ ਸਨ। ਸਾਈਂ ਅਖਤਰ ਨਾਲ ਉਸਤਾਦ ਜੀ ਦੀ ਤਬੀਅਤ ਖੂਬ ਖਿਲਦੀ ਸੀ। ਦੋਵੇਂ ਚਹਿਕਦੇ ਰਹੇ ਸਨ, ਹੱਸਦੇ ਸਨ। ਮੈਂ ਇੰਝ ਜਿਵੇਂ ਉੱਥੇ ਹੈ ਹੀ ਨਹੀਂ। ਦੋਵਾਂ ਜਿਵੇਂ ਮੈਨੂੰ ਬਿਲਕੁਲ ਭੁਲਾ ਦਿੱਤਾ ਸੀ। ਦੋਵਾਂ ਦੀਆਂ ਗੱਲਾਂ ਬੜੀਆਂ ਸਵਾਦਲੀਆਂ ਤੇ ਇਲਮੀ ਹੋਵਣ ਦੇ ਨਾਲ ਨਾਲ ਆਮ ਫਹਿਮ ਤੇ ਸੱਚੀਆਂ ਸਨ। ਮੈਂ ਜਾਵਣ ਵਾਸਤੇ ਇਜਾਜ਼ਤ ਮੰਗੀ ਤਾਂ ਸਾਈਂ ਅਖਤਰ ਵੀ ਨਾਲ ਇਜਾਜ਼ਤ ਮੰਗ ਲਈ। ਅਸੀਂ ਦੋਵੇਂ ਇਕੱਠੇ ਹੀ ਹੁਜਰਿਓਂ ਬਾਹਰ ਆਏ। ਬਾਹਰ ਆ ਕੇ ਸਾਈਂ ਅਖਤਰ ਆਖਿਆ, ਯਾਰ ਅੱਜ ਤੂੰ ਮੇਰੇ ਨਾਲ ਚੱਲ। ਕਿੱਥੇ? ਮੈਂ ਆਖਿਆ, ਸ਼ਾਮ ਹੋਣ ਵਾਲੀ ਏ, ਮੈਂ ਪਿੰਡ ਵੀ ਜਾਣਾ ਏ। ਸਾਈਂ ਆਖਿਆ, ਅਜੇ ਕਾਫੀ ਦਿਨ ਏ, ਉੱਥੋਂ ਹੋ ਕੇ ਚਲਾ ਜਾਵੀਂ। ਅਦੀਬਾਂ ਸ਼ਾਇਰਾਂ ਦਾ ਇਕੱਠ ਹੁੰਦਾ ਏ, ਸੁਣਿਆ ਕਰ। ਮੈਂ ਸਾਈਂ ਦੇ ਨਾਲ ਟੁਰ ਪਿਆ। ਅਦੀਬਾਂ ਸ਼ਾਇਰਾਂ ਦਾ ਹਫ਼ਤਾਵਾਰ ਇਕੱਠ ਮੇਰੇ ਲਈ ਬਹੁਤ ਦਿਲਚਸਪ ਤੇ ਨਿਵੇਕਲਾ ਤਜਰਬਾ ਸੀ। ਨਵੀਂ ਸ਼ਾਇਰੀ ਤੇ ਨਵੀਆਂ ਨਵੀਆਂ ਕਹਾਣੀਆਂ ਸੁਣ ਕੇ ਮੇਰੇ ਅੰਦਰ ਵੀ ਕੋਈ ਤਰੰਗ ਜਿਹੀ ਉੱਠਣ ਲੱਗ ਪਈ ਸੀ। ਹੁਣ ਤੀਕਰ ਤੇ ਮੈਂ ਆਪਣੇ ਪੁਰਾਣੇ ਸ਼ਾਇਰਾਂ ਨੂੰ ਹੀ ਪੜ੍ਹਿਆ ਤੇ ਸੁਣਿਆ ਹੋਇਆ ਸੀ। ਉੱਥੇ ਪੜ੍ਹੀ ਜਾਵਣ ਵਾਲੀ ਲਿਖਤ ਉੱਤੇ ਬੜੀ ਖੁੱਲ੍ਹ ਕੇ ਗੱਲ ਹੁੰਦੀ। ਇੱਕ ਇੱਕ ਲਫ਼ਜ਼ ਉੱਤੇ ਬੜੀ ਬਹਿਸ ਹੋਇਆ ਕਰਦੀ ਸੀ। ਅਦਬ, ਸਿਆਸਤ, ਤਾਰੀਖ ਦੇ ਨਾਲ ਨਾਲ ਸਮਾਜੀ ਸਾਇੰਸ ਤੇ ਮਾਰੂਜ਼ੀ ਹਾਲਾਤ ਬਾਰੇ ਵੀ ਮੈਨੂੰ ਹੋਰ ਸਮਝ ਆਵਣ ਲੱਗ ਪਈ। ਸਾਈਂ ਅਖਤਰ ਵੀ ਇਹਨਾਂ ਬਹਿਸਾਂ ਵਿੱਚ ਹਿੱਸਾ ਲੈਂਦਾ ਤਾਂ ਹੱਥਾਂ ਦੇ ਇਸ਼ਾਰਿਆਂ ਨਾਲ ਜ਼ਿਆਦਾ ਗੱਲਾਂ ਕਰਦਾ ਤੇ ਮੂੰਹ ਨਾਲ ਘੱਟ। ਮੈਂ ਚੁੱਪ ਕਰਕੇ ਸੁਣਦਾ ਰਹਿੰਦਾ। ਕਦੇ ਕਦੇ ਸਾਈਂ ਆਖਦਾ, ਤੂੰ ਕੁਝ ਗੱਲ ਕਰਿਆ ਕਰ, ਇੰਝ ਬੰਦੇ ਦਾ ਝਾਕਾ ਲੈਂਦਾ ਏ। ਮੈਂ ਕੀ ਗੱਲ ਕਰਾਂ? ਮੈਨੂੰ ਤਾਂ ਡਰ ਲੱਗਦਾ ਏ ਕਿ ਮੂੰਹੋਂ ਕੋਈ ਗਲਤ ਗੱਲ ਨਾ ਨਿਕਲ ਜਾਵੇ। ਪਰ ਸਾਈਂ ਤਸੱਲੀ ਦਿੰਦਿਆਂ ਆਖਿਆ, ਕੁਝ ਨਹੀਂ ਹੁੰਦਾ, ਤੂੰ ਬੋਲਿਆ ਕਰ। ਉਸ ਵੇਲੇ ਇਸ ਇਕੱਠ ਵਿੱਚ ਔਰਤਾਂ ਵੀ ਆਇਆ ਕਰਦੀਆਂ ਸਨ। ਔਰਤਾਂ ਕੋਈ ਨਜ਼ਮ, ਕਹਾਣੀ ਜਾਂ ਕੋਈ ਹੋਰ ਲਿਖਤ ਪੜ੍ਹਦੀਆਂ, ਬਹਿਸ ਵਿੱਚ ਹਿੱਸਾ ਲੈਂਦੀਆਂ ਬਹੁਤ ਪਿਆਰੀਆਂ ਲੱਗਦੀਆਂ ਸਨ। ਮੈਨੂੰ ਜ਼ੋਰਾ ਯਾਦ ਆ ਜਾਂਦੀ। ਮੈਨੂੰ ਜ਼ੋਰਾ ਨਹੀਂ ਸੀ ਭੁੱਲ ਰਹੀ, ਸਗੋਂ ਜ਼ਿਆਦਾ ਚੇਤੇ ਵਿੱਚ ਰਹਿਣ ਲੱਗ ਪਈ ਸੀ। ਇਹਨਾਂ ਇਕੱਠਾਂ ਵਿੱਚ ਮੈਨੂੰ ਵਾਰਸ਼ ਸ਼ਾਹ, ਬੁੱਲੇ ਸ਼ਾਹ, ਸ਼ਾਹ ਹੁਸੈਨ, ਖਵਾਜਾ ਫਰੀਦ ਤੇ ਦੂਜੇ ਪੰਜਾਬੀ ਦੇ ਹੋਰ ਸਿਆਣਿਆਂ ਤੇ ਦਾਨਿਆਂ ਦੀ ਅਜ਼ਮਤ ਬਾਰੇ ਪਤਾ ਲੱਗਾ। ਇੱਥੋਂ ਦੀ ਲਗਨ ਨਾਲ ਹੀ ਮੈਂ ਕਿਤਾਬਾਂ ਪੜ੍ਹਨ ਲੱਗ ਪਿਆ ਸਾਂ। ਉਸਤਾਦ ਜੀ ਦੀ ਦਿੱਤੀ ਹੋਈ ਕਿਤਾਬ ਮੈਂ ਅਦੀਬ ਕੈਸੇ ਬਣਾ ਬੜੇ ਸਵਾਦ ਨਾਲ ਪੜ੍ਹੀ। ਸਾਈਂ ਅਖਤਰ ਮੈਨੂੰ ਇੱਕ ਕਿਤਾਬ ਮਾਂ ਨਾਵਲ ਪੜ੍ਹਨ ਲਈ ਦਿੱਤਾ। ਫਿਰ ਤਾਂ ਮੈਨੂੰ ਐਸਾ ਚਸਕਾ ਲੱਗਾ ਕਿ ਫਾਕੇ ਕੱਟ ਲੈਂਦਾ ਸਾਂ, ਪਰ ਕੋਈ ਨਾ ਕੋਈ ਕਿਤਾਬ ਜ਼ਰੂਰ ਖਰੀਦ ਕੇ ਪੜ੍ਹਦਾ ਸਾਂ। ਹਰ ਇਜਲਾਸ ਵਿੱਚ ਵੇਲੇ ਤੋਂ ਪਹਿਲਾਂ ਆ ਜਾਂਦਾ ਸਾਂ। ਵਕਤ ਗੁਜ਼ਾਰਨ ਲਈ ਅਨਾਰਕਲੀ ਦੀ ਸੈਰ ਕਰਦਾ। ਮਾਲ ਰੋਡ ਉੱਤੇ ਆਉਂਦਿਆਂ ਜਾਂਦਿਆਂ ਕਾਰਾਂ ਤੇ ਕਾਰਾਂ ਵਾਲਿਆਂ ਨੂੰ ਵੇਖਦਾ ਰਹਿੰਦਾ। ਇਕੱਠ ਦੇ ਮੁੱਕਣ ਤੀਕਰ ਬੈਠਾ ਸੁਣਦਾ ਰਹਿੰਦਾ। ਬੜੇ ਲੋਕ ਆਉਂਦੇ ਸਨ ਜਿਨ੍ਹਾਂ ਦੇ ਨਾਂ
ਅਖਬਾਰਾਂ ਤੇ ਰਸਾਲਿਆਂ ਵਿੱਚ ਪੜ੍ਹਿਆ ਕਰਦਾ। ਉਹਨਾਂ ਨੂੰ ਸਾਹਮਣੇ ਬੋਲਦਿਆਂ ਵੇਖ ਕੇ ਮੈਨੂੰ ਖੁਸ਼ੀ ਹੋਇਆ ਕਰਦੀ ਸੀ। ਫਿਲਮਾਂ ਵੇਖਣ ਦਾ ਵੀ ਚਸਕਾ ਪੈ ਗਿਆ ਸੀ। ਇਕੱਠ ਵਿੱਚ ਮੈਂ ਵੀ ਸ਼ੇਅਰ ਕਹਿਣ ਲੱਗ ਪਿਆ ਸਾਂ। ਤਨਕੀਦ ਹੁੰਦੀ ਸੀ। ਖੌਰੇ ਅਦੀਬ ਮੇਰਾ ਲਿਹਾਜ਼ ਕਰਦੇ ਸਨ ਜਾਂ ਜਾਹਲ ਸਮਝਦੇ ਸਨ। ਤਾਰੀਫ ਜ਼ਿਆਦਾ ਕਰਦੇ ਸਨ ਤੇ ਬੁਰਾਈ ਘੱਟ। ਇੰਜ ਮੇਰਾ ਹੌਸਲਾ ਵੱਧਦਾ ਗਿਆ। ਕੁਝ ਝਾਕਾ ਵੀ ਲੈ ਗਿਆ। ਮੈਂ ਵੀ ਗੱਲਬਾਤ ਵਿੱਚ ਹਿੱਸਾ ਲੈਣ ਲੱਗ ਪਿਆ ਸਾਂ, ਪਰ ਝੱਕ ਕੇ ਤੇ ਗੁੱਸੇ ਨਾਲ। ਕੌੜੀ ਕੌੜੀ ਤੇ ਤੰਜ਼ੀਆ ਗੱਲ। ਮੇਰੀ ਗੱਲ ਵਿੱਚ ਕੁਹਾੜੀ ਮਾਰ ਵਾਲੀ ਤਨਕੀਦ ਹੁੰਦੀ ਸੀ। ਕੁਝ ਲੋਕਾਂ ਨੂੰ ਮੇਰੀ ਕੌੜ ਚੁਭਣ ਲੱਗ ਪਈ ਸੀ। ਕਦੀ ਕਦੀ ਇਕੱਠ ਬਹੁਤ ਦੇਰ ਤੀਕਰ ਚੱਲਦਾ ਰਹਿੰਦਾ ਸੀ। ਮੈਨੂੰ ਪਿੰਡ ਪਰਤਣ ਵੇਲੇ ਕੋਈ ਸਵਾਰੀ ਨਾ ਲੱਭਦੀ ਤਾਂ ਬੜੀ ਪਰੇਸ਼ਾਨੀ ਹੁੰਦੀ। ਇਕੱਠ ਵਿੱਚ ਇਲਮ, ਅਦਬ ਤੇ ਸਿਆਸਤ ਨੂੰ ਇਕੱਠਾ ਵੇਖਣ ਸਮਝਣ ਦੀ ਕੋਸ਼ਿਸ਼ ਕਰਦਾ ਸਾਂ। ਸਵਾਰੀ ਨਾ ਮਿਲਣ ਕਾਰਨ ਸਭ ਕੁਝ ਇੱਕੋ ਵਾਰੀ ਖਤਮ ਹੋ ਜਾਂਦਾ। 13 ਮੀਲਾਂ ਉੱਤੇ ਪਿੰਡ ਸੀ। 7 ਮੀਲਾਂ ਤੀਕਰ ਤੇ ਸਵਾਰੀ ਲੱਭ ਜਾਂਦੀ ਸੀ। ਅੱਗੋਂ 6 ਮੀਲ ਪੈਦਲ ਹੀ ਜਾਣਾ ਪੈਂਦਾ ਸੀ। ਚੱਲਣ ਦਾ ਮੈਂ ਆਦੀ ਤੇ ਹੈ ਸਾਂ, ਪਰ ਰਾਤ ਬਹੁਤ ਲੰਘ ਜਾਇਆ ਕਰਦੀ ਸੀ। ਦੇਰ ਨਾਲ ਸੌਵਣ ਦੀ ਵਜ੍ਹਾ ਨਾਲ ਨੀਂਦਰ ਪੂਰੀ ਨਾ ਹੁੰਦੀ। ਫੈਕਟਰੀ ਵਿੱਚ ਉਂਗਲਾਂ ਆਉਂਦਾ ਰਹਿੰਦਾ। ਤਬੀਅਤ ਬੋਝਲ ਹੋ ਜਾਇਆ ਕਰਦੀ ਸੀ। ਘਰ ਦੀ ਹਾਲਤ ਵੀ ਮਾੜੀ ਸੀ। ਉੱਤੋਂ ਕਿਤਾਬ ਰਸਾਲੇ ਦੇ ਚਸਕੇ ਲਈ ਢਿੱਡ ਉੱਤੇ ਲੱਤ ਮਾਰਨੀ ਪੈਂਦੀ ਸੀ। ਰਫੀਕ ਵੀ ਸਕੂਲੇ ਜਾਣ ਲੱਗ ਪਿਆ ਸੀ। ਮੈਂ ਜਦ ਸਕੂਲੇ ਜਾਂਦਾ ਹੁੰਦਾ ਸਾਂ, ਸਿਰੋਂ ਪੈਰੋਂ ਨੰਗਾ ਹੀ ਰਹਿੰਦਾ ਸਾਂ। ਬੋਝੇ ਵਿੱਚ ਵੀ ਕੁਝ ਨਹੀਂ ਸੀ ਹੁੰਦਾ, ਪਰ ਅਸੀਂ ਦੋਵੇਂ ਜੀ ਰਫੀਕ ਨੂੰ ਆਪਣੇ ਨਾਲੋਂ ਬਿਹਤਰ ਵੇਖਣਾ ਚਾਹੁੰਦੇ ਸਾਂ। ਉਹਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸਾਨੂੰ ਆਪਣਾ ਬਹੁਤ ਕੁਝ ਕੁਰਬਾਨ ਕਰਨਾ ਪੈਂਦਾ ਸੀ। ਨਵੇਂ ਲੀੜੇ ਘੱਟ ਹੀ ਬਣਵਾਉਂਦੇ ਤੇ ਪਾਉਂਦੇ ਸਾਂ। ਚੰਗਾ ਖਾਵਣ ਬਾਰੇ ਤਾਂ ਕਦੇ ਅਸਾਂ ਸੋਚਿਆ ਹੀ ਨਹੀਂ ਸੀ। ਸੋਚ ਵੀ ਲਈਏ ਤਾਂ ਲੱਭਦਾ ਹੀ ਨਹੀਂ ਸੀ। ਮੈਂ ਜਿਹੜੀਆਂ ਗੱਲਾਂ ਸੁਣ ਕੇ ਸਿੱਖ ਕੇ ਜਾਂਦਾ, ਉਹ ਗੱਲਾਂ ਜਦ ਮੈਂ ਮਜ਼ਦੂਰਾਂ ਨਾਲ ਕਰਦਾ ਤਾਂ ਉਹਨਾਂ ਦੇ ਸਿਰਾਂ ਤੋਂ ਹੀ ਲੰਘ ਜਾਂਦੀਆਂ ਸਨ। ਮਜ਼ਦੂਰ ਲੀਡਰ ਇਨਕਲਾਬ ਦੇ ਨਾਅਰੇ ਤਾਂ ਮਾਰਦੇ ਸਨ, ਪਰ ਸਮਝਾਉਂਦੇ ਨਹੀਂ ਸਨ। ਇੰਜ ਮਾਲੂਮ ਹੁੰਦਾ ਸੀ ਕਿ ਇਨਕਲਾਬ ਆਇਆ ਕਿ ਆਇਆ। ਸੁਰਖ ਇਨਕਲਾਬ ਦਾ ਮੈਂ ਵੀ ਹਮਾਇਤੀ ਸਾਂ, ਸਗੋਂ ਲੀਡਰਾਂ ਨਾਲੋਂ ਵੀ ਵੱਧ ਕੇ ਗੱਲਾਂ ਕਰਦਾ ਸਾਂ। ਮਜ਼ਹਬ ਉੱਤੇ ਵੀ ਤਨਕੀਦ ਕਰਦਾ ਤਾਂ ਆਖਦਾ, ਮਜ਼ਹਬ ਇਨਸਾਨਾਂ ਵਿੱਚ ਵੰਡ ਪਾਉਂਦਾ ਏ। ਮੈਂ ਕੁਝ ਆਖਦਾ ਵੀ ਇਸ ਢੰਗ ਨਾਲ ਸਾਂ ਕਿ ਮੇਰੇ ਸੱਜਣ ਵੀ ਮੈਥੋਂ ਪਰਾਂ ਰਹਿਣ ਲੱਗ ਪਏ। ਸਗੋਂ ਮਜ਼ਦੂਰਾਂ ਵਿੱਚ ਮੈਂ ਕਾਫਰ ਮਸ਼ਹੂਰ ਹੋ ਗਿਆ। ਮਜ਼ਦੂਰ ਲੀਡਰ ਮਜ਼ਦੂਰਾਂ ਵਿੱਚ ਹੁੰਦੇ ਤਾਂ ਸਰਮਾਏਦਾਰਾਂ ਨੂੰ ਗਾਲਾਂ ਕੱਢਦੇ, ਨਫ਼ਰਤ ਕਰਦੇ ਤੇ ਇਨਕਲਾਬ ਕਰਦੇ, ਪਰ ਜਦ ਸਰਮਾਏਦਾਰ ਸਾਹਮਣੇ ਜਾਂਦੇ ਤਾਂ ਉੱਥੇ ਉਹਨਾਂ ਨਾਲ ਆਪਣੇ ਤਾਲੁਕਾਤ ਮਜ਼ਬੂਤ ਕਰਦੇ, ਜ਼ਾਤੀ ਫਾਇਦੇ ਲੈਂਦੇ ਰਹਿੰਦੇ ਸਨ। ਮੈਨੂੰ ਇਹ ਮੁਨਾਫਕਤ ਬਹੁਤ ਬੁਰੀ ਲੱਗਦੀ ਤੇ ਮਜ਼ਦੂਰ ਲੀਡਰਾਂ ਉੱਤੇ ਤਨਕੀਦ ਕਰਦਿਆਂ ਆਖਿਆ ਕਰਦਾ, ਸਾਡੇ ਅਸਲ ਦੁਸ਼ਮਣ ਤਾਂ ਇਹ ਮਜ਼ਦੂਰ ਲੀਡਰ ਹਨ। ਪਰ ਮਜ਼ਦੂਰ ਲੀਡਰ ਤਾਂ ਇੰਨੇ ਚਲਾਕ ਸਨ, ਪੈਰਾਂ ਉੱਤੇ ਪਾਣੀ ਨਹੀਂ ਸਨ ਪੈਣ ਦਿੰਦੇ। ਉਲਟਾ ਮੈਨੂੰ ਹੀ ਝੂਠਾ ਹੋਣਾ ਪੈਂਦਾ ਸੀ, ਪਰ ਮੈਂ ਹੌਸਲਾ ਨਹੀਂ ਸੀ ਹਾਰਦਾ। ਲੀਡਰਾਂ ਦੇ ਖਿਲਾਫ ਕੰਮ ਕਰਦਾ ਰਿਹਾ। ਮਜ਼ਦੂਰ ਲੀਡਰ ਕਿਹੜੇ ਆਪਣੇ ਪਿਓ ਦੇ ਸਨ। ਉਹਨਾਂ ਮੇਰੇ ਨਾਲ ਸੋਸ਼ਲਿਜ਼ਮ ਨੂੰ ਵੀ ਕਾਫਰ ਫਲਸਫਾ ਆਖਣਾ ਸ਼ੁਰੂ ਕਰ ਦਿੱਤਾ। ਮੇਰੀ ਮੁਖਾਲਫਤ ਨਾਲ ਸੋਸ਼ਲਿਜ਼ਮ ਨੂੰ ਕਾਫਰਾਨਾ ਫਲਸਫਾ ਆਖਣ ਵਾਲੇ ਅਗਲੇ ਇਲੈਕਸ਼ਨ ਵਿੱਚ ਹਾਰ ਗਏ, ਪਰ ਮਜ਼ਦੂਰ ਮੈਨੂੰ ਕਾਫਰ ਹੀ ਕਹਿੰਦੇ ਰਹੇ। ਮੈਂ ਬੁੱਲੇ ਸ਼ਾਹ ਦੇ ਕਹਿਣ ਮੁਜਬ ਤੈਨੂੰ ਕਾਫਰ ਆਖਣ, ਤੂੰ ਆਹੋ ਆਖ। ਨਵੇਂ ਮਜ਼ਦੂਰ ਲੀਡਰ ਵੀ ਉਂਝਦੇ ਹੀ ਸਨ ਜਿਵੇਂ ਪਹਿਲੇ। ਮੇਰੀ ਇਹਨਾਂ ਨਾਲ ਵੀ ਬਣ ਨਾ ਆਈ। ਮੇਰਾ ਮੱਚ ਨਹੀਂ ਸੀ ਮਰਿਆ। ਮੇਰੇ ਅੰਦਰ ਖੌਰੇ ਕਿਹੜੀ ਅੱਗ ਸੀ ਜਿਹੜੀ ਹਰ ਵੇਲੇ ਮੈਨੂੰ ਸਾੜੀ ਰੱਖਦੀ ਸੀ। Please like, share and subscribe.